ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਹੈਗਾ ਮਾਸਟਰ ਕੈਡਰ ਸਾਇੰਸ ਦਾ ਪੇਪਰ ਹੈ, ਠੀਕ ਹੈ, ਜਿਹੜਾ ਹੁਣ 2021 ਦੇ ਵਿੱਚ ਹੋਇਆ ਸੀਗਾ, ਠੀਕ ਹੈ ਇਹ। ਅਤੇ ਇਹਦੇ ਵਿੱਚੋਂ ਮੇਰੇ 103 ਨੰਬਰ ਆਏ ਸੀਗੇ, ਮੈਂ ਪੇਪਰ ਦੇ ਚੁੱਕਾ ਹਾਂ। ਅਤੇ ਜੇ ਤੁਸੀਂ ਇਹਦੀ ਪ੍ਰੈਪਰੇਸ਼ਨ ਕਰਨੀ ਚਾਹੁੰਦੇ ਆ, ਠੀਕ ਹੈ ਨਾ, ਸਭ ਤੋਂ ਪਹਿਲਾਂ ਤਾਂ ਮੈਂ ਨੋਨ ਮੈਡੀਕਲ ਦਾ ਸੀਗਾ, ਠੀਕ ਹੈ। ਅਤੇ ਮੈਂ 3 ਸਬਜੈਕਟ ਪੜ੍ਹੇ ਸੀਗੇ। ਕੈਮਿਸਟਰੀ ਮੇਰਾ ਆਪਣਾ ਸਬਜੈਕਟ ਹੈ, ਠੀਕ ਹੈ, ਮੈਂ MSc ਕੈਮਿਸਟਰੀ ਹਾਂ। ਅਤੇ ਸੈਕਿੰਡ ਫਿਜ਼ਿਕਸ ਪੜ੍ਹੀ ਸੀਗੀ, ਠੀਕ ਹੈ, ਅਤੇ ਮੈਥ ਪੜ੍ਹਿਆ ਸੀਗਾ। ਅਗਰ ਤੁਸੀਂ ਪੇਪਰ ਮਾਸਟਰ ਕੈਡਰ ਸਾਇੰਸ ਦਾ ਪੇਪਰ ਕਲੀਅਰ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ 3 ਦੇ 3 ਸਬਜੈਕਟ ਪੜ੍ਹਨੇ ਪੈਣੇ ਆ, ਠੀਕ ਹੈ। ਇਹਦੇ ਵਿੱਚ ਸਿਲੇਬਸ ਬਹੁਤ ਜ਼ਿਆਦਾ ਹੁੰਦਾ, ਠੀਕ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਲੇਬਸ ਘੱਟ ਆ, ਤਾਂ ਕਰਕੇ ਜਿਹੜੇ ਮੈਕਸਿਮਮ ਬੰਦੇ ਹੁੰਦੇ ਆ ਉਹ 2 ਸਬਜੈਕਟ ਹੀ ਪੜ੍ਹਦੇ ਆ, ਠੀਕ ਹੈ। ਉਹ 1 ਸਬਜੈਕਟ ਛੱਡ ਦਿੰਦੇ ਆ। ਜਿਹੜੇ ਜ਼ਿਆਦਾਤਰ ਸਬਜੈਕਟ ਛੱਡਦੇ ਆਪਾਂ ਫਿਜ਼ਿਕਸ ਛੱਡ ਦਿੰਦੇ ਆ। ਫਿਜ਼ਿਕਸ ਤਾਂ ਛੱਡ ਦਿੰਦੇ ਆ, ਇਹ ਥੋੜ੍ਹੀ ਸਾਨੂੰ ਔਖੀ ਲੱਗਦੀ ਹੈ, ਠੀਕ ਹੈ। ਬਟ ਮੇਰੇ ਅਕੋਰਡਿੰਗ ਤੁਸੀਂ ਕਿਆ ਕਰੋ, +1 +2 ਦੀ ਕੈਮਿਸਟਰੀ ਬਿਲਕੁਲ ਚੰਗੀ ਤਰ੍ਹਾਂ ਪੜ੍ਹੋ, ਠੀਕ ਹੈ। +1 +2 ਦੀ ਕੈਮਿਸਟਰੀ ਬਿਲਕੁਲ ਚੰਗੀ ਤਰ੍ਹਾਂ ਕਰ ਲਓ, ਠੀਕ ਹੈ। ਅਤੇ ਫਿਜ਼ਿਕਸ ਜੇ ਤੁਸੀਂ ਕਰਨੀ ਆ, ਤੁਸੀਂ BSc ਤੱਕ ਦੀ ਤੁਹਾਨੂੰ ਫਿਜ਼ਿਕਸ ਕਰਨੀ ਪੈਣੀ ਹੈ, ਠੀਕ ਹੈ। ਕਿਉਂਕਿ +1 +2 ਦੀ ਜਿਹੜੀ ਫਿਜ਼ਿਕਸ ਆ ਉਹਦੇ ਵਿੱਚੋਂ ਕਾਫੀ ਘੱਟ ਪੋਰਸ਼ਨ ਆਉਂਦਾ ਹੈ, ਮਤਲਬ ਕਿ BSc ਦੀ ਫਿਜ਼ਿਕਸ ਜ਼ਿਆਦਾ ਯੂਜ਼ ਹੁੰਦੀ ਹੈ। ਅਤੇ ਮੈਥ ਲਈ ਵੀ ਤੁਹਾਨੂੰ +1 +2 ਤਾਂ ਕਰਨਾ ਹੀ ਪੈਣਾ ਆ। ਅਗਰ ਤੁਸੀਂ ਸਾਇੰਸ ਵਾਲਾ ਪੇਪਰ ਦੇਣਾ ਆ, ਠੀਕ ਹੈ, ਫਿਰ ਤੁਸੀਂ +1 +2 ਦਾ ਮੈਥ ਕਰ ਲਓ, +1 +2 ਦੀ ਕੈਮਿਸਟਰੀ ਕਰ ਲਓ, ਠੀਕ ਹੈ। ਅਤੇ ਥੋੜ੍ਹੇ ਟੌਪਿਕ, ਜੇ ਤੁਹਾਡੇ ਇਹ ਟੌਪਿਕ +1 +2 ਦੇ ਚੰਗੀ ਤਰ੍ਹਾਂ ਕਵਰ ਹੋ ਜਾਂਦੇ ਆ, ਉਹਦੇ ਬਾਅਦ ਵਿੱਚ ਤੁਸੀਂ ਕੈਮਿਸਟਰੀ ਅਤੇ ਮੈਥ ਦੇ BSc ਦੇ ਟੌਪਿਕ ਸਿਲੇਬਸ ਦੇ ਵਿੱਚ ਮੈਂਸ਼ਨ ਆ, ਠੀਕ ਹੈ, ਉਹ ਵਾਲੇ ਟੌਪਿਕ ਤੁਸੀਂ ਕਰਨੇ ਆ। ਡਾਇਰੈਕਟ ਬੁੱਕ ਨੂੰ ਹੱਥ ਨਹੀਂ ਪਾਉਣਾ ਕਿ ਤੁਸੀਂ ਬੁੱਕ ਤੋਂ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਥ ਕਾਫੀ ਜਾਣੇ ਕਰਵਾਉਂਦੇ ਪਏ ਆ ਤਿਆਰ, ਠੀਕ ਹੈ। ਤੁਸੀਂ ਟੌਪਿਕ ਵਾਈਜ਼ +1 +2 ਖੁਦ ਕਰੋ। ਉਹਦੇ ਬਾਅਦ ਵਿੱਚ ਵੀ ਇਹਦੇ ਵਿੱਚ ਵੀ ਕਾਫੀ ਲੋਕ ਟ੍ਰਿਕਸ ਦੱਸਦੇ ਪਏ ਆ, ਠੀਕ ਹੈ। ਮਤਲਬ ਕਿ ਟ੍ਰਿਕਸ ਨਾਲੋਂ ਬੈਟਰ ਆ ਤੁਹਾਡੀ ਉੱਦਾਂ ਹੀ ਕਮਾਂਡ ਹੋਵੇ, ਤੁਸੀਂ ਤੇਜ਼ ਕੁਐਸਚਨ ਕੱਢ ਸਕੋ, ਓਕੇ। ਮੈਂ ਇਹ ਮੰਨਦਾ ਆ, ਕਿਉਂਕਿ ਆਪਾਂ ਪਹਿਲਾਂ ਜਿਹੜਾ ਪੜ੍ਹਿਆ ਹੋਇਆ ਆ, ਆਪਾਂ ਬਿਨਾਂ ਟ੍ਰਿਕਸ ਤੋਂ ਪੜ੍ਹਿਆ ਹੋਇਆ ਆ। ਜੇ ਆਪਾਂ ਟ੍ਰਿਕਸ ਹੁਣ ਯਾਦ ਕਰਦੇ ਪਏ, ਸਾਨੂੰ ਟ੍ਰਿਕਸ ਯਾਦ ਕਰਨ ਨੂੰ ਕਾਫੀ ਟਾਈਮ ਲੱਗ ਜਾਂਦਾ। ਅਗਰ ਤੁਹਾਨੂੰ ਟ੍ਰਿਕਸ ਸੌਖੀਆਂ ਲੱਗਦੀਆਂ ਤੁਸੀਂ ਉਹਦੇ ਅਕੋਰਡਿੰਗ ਕਰ ਲਓ। ਅਦਰਵਾਈਜ਼ ਤੁਸੀਂ ਆਪਣੇ ਜਿਹੜਾ ਤੁਹਾਡਾ ਆਪਣਾ ਮੈਥਡ ਆ ਉਹਦੇ ਨਾਲ +1 +2 ਖੁਦ ਕਰੋ, ਠੀਕ ਹੈ। +1 +2 ਦਾ ਕੋਈ ਬੱਚਾ ਫੜ ਲਓ, ਉਹਨੂੰ ਟਿਊਸ਼ਨ ਕਰਵਾ ਦਿਓ, ਫਿਰ ਤੁਹਾਡੀ ਵਧੀਆ ਤਿਆਰੀ ਹੋ ਸਕਦੀ ਹੈ, ਠੀਕ ਹੈ। ਅਤੇ ਮਾਸਟਰ ਕੈਡਰ ਜੇ ਤੁਸੀਂ ਕਲੀਅਰ ਕਰਨਾ, ਪਹਿਲੀ ਚੀਜ਼ ਇਹੀ ਆ ਕਿ 3 ਦੇ 3 ਸਬਜੈਕਟ ਪੜ੍ਹਨੇ ਆ। ਅਗਰ ਤੁਸੀਂ ਕੋਈ ਵੀ 2 ਸਬਜੈਕਟ ਪੜ੍ਹਦੇ ਪਏ ਆ ਤਾਂ ਪੇਪਰ ਬਹੁਤ ਔਖਾ ਨਿਕਲਣਾ ਹੈ, ਠੀਕ ਹੈ। ਅਤੇ ਇੱਕ ਚੀਜ਼ ਚਲੋ ਰਹਿਣ ਦਿਓ ਚੀਜ਼, ਠੀਕ ਹੈ। ਅਤੇ 3 ਚੀਜ਼ਾਂ 50-50 ਨੰਬਰ ਦਾ ਪੇਪਰ ਆਉਣਾ। ਕੈਮਿਸਟਰੀ ਦਾ ਪੇਪਰ ਤੁਹਾਡਾ ਤਾਂ ਕਲੀਅਰ ਹੋਣਾ ਜੇ ਤੁਹਾਨੂੰ ਡੀਪ ਕੰਸੈਪਟ ਕਲੀਅਰ ਹੈ, ਠੀਕ ਹੈ। ਜੇ ਤੁਸੀਂ ਪੜ੍ਹਨੀ ਚਾਹੁੰਦੇ ਆ ਤਾਂ ਮੈਂ ਆਪਣੇ ਚੈਨਲ 'ਤੇ ਕਰਵਾ ਰਿਹਾ, ਠੀਕ ਹੈ। ਤੁਸੀਂ ਵਿਜ਼ਿਟ ਕਰਕੇ ਡੀਪ ਪੜ੍ਹੋ, ਠੀਕ ਹੈ, ਜਿੰਨਾ ਵੀ ਕਰਨਾ ਆ। ਮਤਲਬ ਇਹ ਨਾ ਹੋਵੇ ਕਿ ਤੁਸੀਂ ਮੰਨ ਲਓ ਐਲਡੀਹਾਈਡ ਕੀਟੋਨ ਦਾ ਕੁਐਸਚਨ ਕੀਤੇ ਹੋਏ ਆ, ਠੀਕ ਹੈ ਨਾ, ਚੈਪਟਰ ਪੜ੍ਹਿਆ ਹੋਇਆ ਅਤੇ ਤੁਹਾਡਾ ਪੇਪਰ ਦੇ ਵਿੱਚ ਕੁਐਸਚਨ ਕੰਪਲੀਟ ਨਾ ਹੋਵੇ, ਠੀਕ ਹੈ। ਇਸ ਵਾਰ ਹੀ ਇੱਕ ਕੁਐਸਚਨ ਆਇਆ ਸੀਗਾ, ਉਹ ਐਲਡੋਲ ਕੰਡੈਂਸੇਸ਼ਨ ਸੀਗੀ, ਠੀਕ ਹੈ। ਜੇ ਤੁਸੀਂ ਜਾਣਦੇ ਆ ਐਲਡੋਲ ਕੰਡੈਂਸੇਸ਼ਨ, ਜੇ ਸਾਨੂੰ ਕੋਈ ਕਹਿ ਦੇਵੇ ਨਾ ਰਾਈਟ ਐਲਡੋਲ ਕੰਡੈਂਸੇਸ਼ਨ, ਆਪਾਂ ਦਬਾ ਦਬ ਲਿਖ ਦੇਵਾਂਗੇ ਰਿਐਕਸ਼ਨ। ਬਟ ਪੇਪਰ ਦੇ ਵਿੱਚ ਜਦੋਂ ਇਹ ਕੁਐਸਚਨ ਆਇਆ ਸਾਡੇ ਕੋਲ ਹੋਇਆ ਹੀ ਨਹੀਂ, ਠੀਕ ਹੈ। ਉਹ ਤੁਹਾਨੂੰ ਕੁਐਸਚਨ ਮੈਂ ਹੁਣੇ ਹੀ ਚੈੱਕ ਕਰਵਾ ਦਿੰਦਾ ਆ, ਠੀਕ ਹੈ ਬੇਟਾ। ਜਿੱਦਾਂ ਉਹ ਬੇਟਾ ਨਹੀਂ, ਤੁਸੀਂ ਤਾਂ ਵੱਡੇ ਹੋ ਗਏ ਹੋਵੋਗੇ ਮੇਰੇ ਤੋਂ, ਠੀਕ ਹੈ। ਅਤੇ ਇਹ ਵਾਲੀ ਚੀਜ਼ ਹੈ, ਜਿੱਦਾਂ ਇਹ ਕੁਐਸਚਨ ਸੀਗਾ, ਠੀਕ ਹੈ, ਦਾ ਪ੍ਰੋਡਕਟ ਫਾਰਮਡ ਇਨ ਫੋਲੋਇੰਗ ਰਿਐਕਸ਼ਨ। ਅਤੇ ਉਹਨਾਂ ਨੇ ਇੱਦਾਂ ਲਿਖਤਾ, ਇਹਦੇ ਵਿੱਚ NaOH ਪਾ ਦਿੱਤਾ ਅਤੇ ਹੀਟ ਕਰ ਦਿੱਤਾ ਕਿ ਕਿਹੜਾ ਪ੍ਰੋਡਕਟ ਹੋਊਗਾ। ਹੁਣ ਆਪਾਂ ਤਾਂ ਇਹ ਦੇਖ ਕੇ ਜ਼ਿਆਦਾਤਰ ਕੀ ਸਾਡੇ ਦਿਮਾਗ 'ਚ ਆਉਂਦਾ ਕਿ ਯਾਰ ਤੁੱਕਾ ਲਾਈਏ, ਇੱਦਾਂ ਦਾ, ਇਹਨੂੰ ਦੇਖਣ ਨੂੰ ਹੀ ਡਰ ਲੱਗਦਾ ਕਿ ਪਤਾ ਨਹੀਂ ਕੀ ਬਣਿਆ ਹੋਇਆ ਆ। ਆਲਮੋਸਟ ਸੇਮ ਆ, ਬਟ ਇਹਦੇ ਵਿੱਚ ਜੇ ਤੁਹਾਨੂੰ ਕੰਸੈਪਟ ਕਲੀਅਰ ਹੋਊਗਾ ਫਿਰ ਤੁਸੀਂ ਕੀ ਕਰਦੇ ਆ। ਸਭ ਤੋਂ ਪਹਿਲਾਂ ਦੇਖੋ, ਹੁਣ ਇਹਦੇ ਮੂਹਰੇ 2 ਮੋਲਸ ਵੀ ਨਹੀਂ ਲਿਖੇ ਹੋਏ ਆ, ਇਹ ਆਪਾਂ ਆਪਣੇ ਅਕੋਰਡਿੰਗ ਚੱਲਣਾ। ਜੇ ਸਾਡਾ ਕੰਸੈਪਟ ਕਲੀਅਰ ਹੋਊਗਾ ਸਾਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਕਿਹੜੀ ਰਿਐਕਸ਼ਨ ਆ, ਠੀਕ ਹੈ। ਇਹਦੇ ਵਿੱਚ ਕੀ ਕੀਤਾ ਉਹਨਾਂ ਨੇ, ਹੁਣ ਜੇ ਤੁਹਾਨੂੰ ਪਤਾ ਹੋਵੇ, ਜੇ ਆਪਾਂ ਐਲਡੋਲ ਕਰਵਾਉਣੀ ਹੋਵੇ ਉਹਦੇ ਲਈ ਇੱਕ ਅਸੈਂਸ਼ੀਅਲ ਕੰਡੀਸ਼ਨ ਹੁੰਦੀ ਹੈ, ਸਾਨੂੰ ਕੀ ਚਾਹੀਦੀ ਹੈ, ਐਲਫਾ ਹਾਈਡਰੋਜਨ ਚਾਹੀਦੀ ਹੈ, ਠੀਕ ਹੈ।
ਤੇ ਜਦੋਂ ਮੈਂ ਪੇਪਰ ਦੇਣ ਗਿਆ ਸੀ ਮੈਨੂੰ ਇਹਨੂੰ ਦੇਖ ਕੇ ਹੀ ਪਤਾ ਲੱਗ ਗਿਆ ਸੀ, ਕਿਉਂਕਿ ਮੈਂ ਕਾफ़ੀ ਵਾਰੀ ਇਹ ਚੀਜ਼ ਕੀਤੀ ਹੋਈ ਸੀਗੀ। ਇਹਦੇ ਵਿੱਚ NaOH ਪਾਉਣਾ, ਜਿਹੜਾ NaOH ਪਾਉਣਾ, ਜਿਹੜਾ ਬੇਸ ਹੁੰਦਾ ਆ ਇਹ ਇੱਥੋਂ ਇੱਕ H ਕੱਢ ਦਿੰਦਾ ਹੈ, ਠੀਕ ਹੈ। ਇੱਥੇ ਨੈਗੇਟਿਵ ਚਾਰਜ ਬਣ ਜਾਂਦਾ। ਇਹ ਵਾਲਾ ਜਿਹੜਾ ਨੈਗੇਟਿਵ ਆ, ਜਿਹੜਾ ਬੇਸ ਹੋਣਾ ਨਾ OH ਨੈਗੇਟਿਵ, ਇਹਨੇ ਇੱਥੋਂ ਇੱਕ H ਕੱਢ ਦੇਣਾ। ਜਿਸ ਨਜ਼ਰ ਨਹੀਂ ਆ ਰਿਹਾ, ਇਹ ਵਾਲਾ ਕੰਪਾਊਂਡ ਆ। ਜੇ ਮੈਨੂੰ ਥੋੜਾ ਖੋਲ ਕੇ ਲਿਖ ਲਵਾਂ, C ਡਬਲ ਬੌਂਡ O, ਇੱਧਰ ਕਿਆ ਹੁੰਦਾ CH, ਬਾਕੀ ਮੈਂ ਇੱਦਾਂ ਹੀ ਲਿਖ ਦੇਣਾ, ਮੈਂ ਸਿਰਫ ਇੱਕ ਪੁਆਇੰਟ ਖੋਲਿਆ। ਹੁਣ ਜਿਹੜਾ ਬੇਸ ਹੁੰਦਾ ਆ, ਠੀਕ ਹੈ, ਬੇਸ ਕੀ ਕਰਦਾ ਆ, OH ਨੈਗੇਟਿਵ ਇੱਧਰੋਂ ਇੱਕ H ਲੈ ਜਾਂਦਾ ਆ। ਜਿਸ ਨਾਲ ਇੱਧਰੋਂ ਇੱਕ H ਲੈ ਕੇ ਇੱਧਰ ਕੀ ਬਚ ਗਿਆ, ਠੀਕ ਹੈ। ਇਹਦੇ ਵਿੱਚ ਕੀ ਹੋਣਾ, ਇੱਥੇ C ਆ, ਉਹਦੇ ਨਾਲ ਇੱਕ H ਲੱਗਾ ਹੋਇਆ ਤੇ ਇੱਕ ਨੈਗੇਟਿਵ ਚਾਰਜ ਆ। ਹੁਣ ਜਿਹੜਾ ਇਹ ਵਾਲਾ ਨੈਗੇਟਿਵ ਹੁੰਦਾ, ਆਹ ਵਾਲੀ ਚੀਜ਼ ਬਣ ਗਈ। ਇਹਨੇ ਨੈਗੇਟਿਵ ਨੇ ਅਟੈਕ ਕਰਨਾ, ਇਹ ਵਾਲੀ ਆਹ ਜਿਹੜੀ ਕਾਰਬਨ ਆ ਉਹਦੇ ਤੇ ਅਟੈਕ ਕਰਨਾ, ਇਹ ਬੌਂਡ ਨੇ ਇੱਧਰ ਸ਼ਿਫਟ ਹੋ ਜਾਣਾ, ਠੀਕ ਹੈ। ਇਹਦੇ ਵਿੱਚ ਬਣਨਾ ਕੀ ਆ, ਜੇ ਤੁਸੀਂ ਰਿਐਕਸ਼ਨਸ ਇਹ ਕੀਤੀਆਂ ਹੋਈਆਂ ਆ, ਠੀਕ ਹੈ, ਤੇ ਫਿਰ ਤੁਹਾਡੇ ਲਈ ਥੋੜਾ ਸੌਖਾ ਹੋ ਜਾਂਦਾ ਆ। ਹੁਣ ਦੇਖੋ, ਆਕਸੀਜਨ ਉੱਪਰ ਸਿੰਗਲ ਬੌਂਡ ਚਲ ਗਿਆ, ਠੀਕ ਹੈ। ਆਹ ਜਿਹੜੀ ਕਾਰਬਨ ਆ, ਪਹਿਲਾਂ ਤਾਂ ਇੱਧਰ ਕੰਪਾਊਂਡ ਬਣਾ ਲਓ ਇਸ ਤਰ੍ਹਾਂ, ਆਹ ਡਬਲ ਬੌਂਡ ਉਹੀ ਆ। ਆਹ ਜਿਹੜਾ ਕਾਰਬਨ ਦਾ ਪੁਆਇੰਟ ਸੀਗਾ, ਇਹ ਵਾਲੀ ਕਾਰਬਨ ਦੇ ਨਾਲ ਜੁੜ ਗਿਆ, ਠੀਕ ਹੈ। ਇਹ ਵਾਲਾ ਕਾਰਬਨ ਦਾ ਪੁਆਇੰਟ ਇਹਦੇ ਨਾਲ ਜੁੜ ਗਿਆ। ਜਿਸ ਨਾਲ ਇਹਦੇ ਨਾਲ ਜੁੜ ਗਿਆ, ਉੱਪਰ ਕਿਹੜਾ ਚਾਰਜ ਆ ਗਿਆ ਇਹਦੇ ਉੱਤੇ, ਇਹ ਨਾਲ ਜੁੜ ਗਿਆ। ਆਹ ਵਾਲਾ ਬੌਂਡ ਇੱਧਰ ਗਿਆ, ਇੱਧਰ ਨੈਗੇਟਿਵ ਚਾਰਜ ਆ ਗਿਆ। ਨੈਗੇਟਿਵ ਵੱਲ ਦੇਖ ਕੇ ਇਹਦੇ ਨਾਲ ਇਹ ਆਪਾਂ ਇੱਕ H ਲਗਾ ਦਿੰਦੇ ਆ, ਠੀਕ ਹੈ। ਹੁਣ ਇੱਕ ਤਾਂ ਇਹ ਹੀ ਹੈ, ਇੱਕ ਆਹ ਵਾਲੇ ਕਾਰਬਨ ਤੇ ਆਹ ਵਾਲੀ ਹਾਈਡਰੋਜਨ ਵੀ ਲੱਗੀ ਹੋਈ ਹੈ, ਇੱਕ ਹਾਈਡਰੋਜਨ ਲਗਾ ਦਿਓ। ਇਹ ਵਾਲਾ ਸਟੈਪ, ਇੰਨੀ ਚੀਜ਼ ਬਣ ਗਈ। ਫਿਰ ਇਹਦੇ ਵਿੱਚੋਂ ਵਾਟਰ ਦੀ ਐਲੀਮੀਨੇਸ਼ਨ ਹੋਈ ਸੀਗੀ। ਜਦੋਂ ਵਾਟਰ ਦੀ ਐਲੀਮੀਨੇਸ਼ਨ ਹੋਈ, ਕੀ ਬਣ ਗਿਆ, ਮੈਂ ਬਿਲਕੁਲ ਉਹਦੇ ਅਕੋਰਡਿੰਗ ਹੀ ਬਣਾ ਰਿਹਾ, ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਬਣ ਗਿਆ। ਇਹ ਅਲਡੋਲ ਆ, ਜੇ ਤੁਹਾਨੂੰ ਆਉਂਦੀ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ। ਇਹ ਚੀਜ਼ ਬਣ ਗਈ ਸੀ। ਵਾਟਰ ਥੋੜਾ ਉੱਪਰ ਕਰਕੇ ਲਿਖ ਲੈਂਦੇ, ਮਾਈਨਸ ਵਾਟਰ, ਇੱਥੇ ਆਕਸੀਜਨ ਲੱਗ ਗਏ, ਠੀਕ ਹੈ। ਹੁਣ ਦੇਖੀਏ ਆਪਾਂ ਇਹਦੇ ਅਕੋਰਡਿੰਗ ਦੇਖੀਏ ਤਾਂ ਇਹਦੇ ਵਿੱਚ ਆਹ ਵਾਲੀ ਚੀਜ਼ ਬਣਦੀ ਪਈ ਆ। ਹੁਣ ਜੇ ਤੁਸੀਂ ਅੱਧਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਣਾ ਕਿ ਇਹ ਵਾਲੀ ਚੀਜ਼ ਨੂੰ ਮੈਂ ਦੁਬਾਰਾ ਲਿਖ ਦਿੰਦਾ, ਇਹਨੂੰ ਘੁਮਾ ਵੀ ਸਕਦੇ ਹਾਂ ਆਪਾਂ ਆਪਣੇ ਅਕੋਰਡਿੰਗ, ਠੀਕ ਹੈ। ਇਹ ਡਬਲ ਬੌਂਡ, ਇੱਥੇ ਕੀ ਲੱਗਾ ਸੀ, ਇਹ ਵਾਲੀ ਪ੍ਰੋਡਕਟ ਬਣਿਆ, ਠੀਕ ਹੈ। ਕਿਹੜੀ ਰਿਐਕਸ਼ਨ ਸੀ, ਅਲਡੋਲ ਕੰਡੈਂਸੇਸ਼ਨ, ਠੀਕ ਹੈ। ਹੁਣ ਜੇ ਆਪਾਂ ਤੁੱਕਾ ਲਗਾਉਂਦੇ ਪਏ ਤਾਂ ਬਹੁਤ ਘੱਟ ਚਾਂਸ ਆ ਕਿ ਸਾਡੇ ਨੰਬਰ ਆਣਗੇ, ਠੀਕ ਹੈ। ਤੁੱਕੇ ਦੇ ਨਾਲ ਨੰਬਰ ਨਹੀਂ ਆਉਂਦੇ। ਅਗਰ ਮਤਲਬ ਕਿ 150 ਹੈ, ਠੀਕ ਹੈ, ਇਹਦੇ ਵਿੱਚੋਂ ਤੁਹਾਡੇ ਜੇ ਬਿਨਾਂ ਪੜ੍ਹੇ ਜਾਣੇ 50 ਨੰਬਰ ਆ ਸਕਦੇ ਆ। ਬਟ ਜੇ ਤੁਸੀਂ ਅਬਵ 90 ਜਾਣਾ ਤੇ ਤੁਹਾਨੂੰ ਤਿੰਨੇ ਸਬਜੈਕਟ ਪੜ੍ਹਨੇ ਪੈਣੇ ਆ, ਠੀਕ ਹੈ। ਅਬਵ 90 ਜਾਂ ਅਬਵ 100 ਜਾਣਾ, ਤੁਹਾਨੂੰ 3 ਦੇ 3 ਸਬਜੈਕਟ ਪੜ੍ਹਨੇ ਪੈਣੇ ਆ, ਓਕੇ। ਅਦਰਵਾਈਜ਼ ਔਖਾ ਹੋ ਜਾਂਦਾ ਹੈ, ਠੀਕ ਹੈ, ਠੀਕ ਹੈ। ਸੋ ਜੇ ਤੁਸੀਂ ਕੈਮਿਸਟਰੀ ਕਰਨੀ ਹੈ, ਹੁਣ ਦੇਖੋ, ਜੇ ਆਪਾਂ ਐਲਡੀਹਾਈਡ ਕੀਟੋਨ ਪੜ੍ਹਿਆ ਹੋਇਆ ਸੀ, ਮੰਨ ਲਓ ਕਈਆਂ ਨੇ ਪੇਪਰ ਦਿੱਤਾ ਵੀ ਹੋਣਾ ਹੈ, ਠੀਕ ਹੈ। ਜੇ ਐਲਡੀਹਾਈਡ ਕੀਟੋਨ ਪੜ੍ਹਨ ਤੋਂ ਬਾਅਦ ਵੀ ਸਾਡੇ ਕੋਲ ਇਹ ਕੁਐਸਚਨ ਨਹੀਂ ਨਿਕਲਿਆ, ਇਹਦਾ ਮਤਲਬ ਕਿ ਜੋ ਆਪਾਂ ਪੜ੍ਹਿਆ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਆ, ਓਕੇ। ਸੋ ਤੁਸੀਂ ਯਾਦ ਕੀ ਰੱਖਣਾ ਕਿ ਜਿਹੜਾ ਵੀ ਕਨਸੈਪਟ ਆਪਾਂ ਪੜ੍ਹਨਾ ਉਹ ਚੰਗੀ ਤਰ੍ਹਾਂ ਕਰਨਾ ਹੈ, ਠੀਕ ਹੈ। ਹੁਣ ਐਲਡੀਹਾਈਡ ਕੀਟੋਨਸ ਦੀ ਟੋਟਲ ਵੀਡੀਓਜ਼, ਠੀਕ ਹੈ, ਮੇਰੀ ਮੈਂ ਪਲੇਲਿਸਟ ਬਣਾ ਦਿੱਤੀ ਹੋਈ ਹੈ, ਉਹਦੇ ਵਿੱਚ ਪਈ ਹੋਈ ਹੈ। ਉਹਨੂੰ ਕਰਕੇ, ਠੀਕ ਹੈ, ਚੰਗੀ ਤਰ੍ਹਾਂ ਦੇਖੋ, ਠੀਕ ਹੈ। ਅਗਰ ਤੁਸੀਂ ਪੜ੍ਹਨਾ ਚਾਹੁੰਦੇ ਆ, ਤੁਹਾਡੀ ਆਪਣੀ ਖੁਸ਼ੀ ਆ, ਤੇ ਕੋਈ ਵੀ ਕਨਸੈਪਟ ਆ ਉਹ ਚੰਗੀ ਤਰ੍ਹਾਂ ਕਰੋ। ਉਹਨੂੰ ਹਵਾ ਦੇ ਵਿੱਚ ਕਰਕੇ ਜਾਵਾਂਗੇ ਤਾਂ ਸਾਡੇ ਨੰਬਰ ਨਹੀਂ ਆਣਗੇ, ਓਕੇ। ਉਹਦੇ ਬਾਅਦ ਵਿੱਚ ਦੇਖ ਲਓ, ਹੁਣ 50 ਨੰਬਰ ਜਿਹੜਾ ਕੁਐਸਚਨ ਹੈ ਕਰ ਲੈਣੇ। Accumulation of which of following molecules in the muscles occurs as a result of vigorous exercise, ਠੀਕ ਹੈ। ਇਹ ਮੈਨੂੰ ਮਤਲਬ ਕਿ ਮੈਂ ਕਿਤੇ ਨਾ ਕਿਤੇ ਪੜ੍ਹਿਆ ਹੋਇਆ ਸੀਗਾ ਕਿ ਜਦੋਂ ਆਪਾਂ ਕੋਈ ਕਸਰਤ ਕਰਦੇ ਹਾਂ ਤੇ ਸਾਡੀ ਬਾਡੀ ਦੇ ਵਿੱਚ ਲੈਕਟਿਕ ਐਸਿਡ ਬਣਦਾ ਹੈ, ਠੀਕ ਹੈ। ਕਿਉਂਕਿ ਗਲੂਕੋਜ਼ ਤਾਂ ਬਣ ਨਹੀਂ ਸਕਦਾ, ਗਲਾਈਕੋਜ਼ ਬਣ ਨਹੀਂ ਸਕਦਾ। ਆ ਜਿਹੜਾ ਪਾਇਰੋਵਿਕ ਐਸਿਡ ਹੈ, ਮੈਂ ਬਹੁਤ ਘੱਟ ਸੁਣਿਆ ਹੋਇਆ ਸੀਗਾ, ਠੀਕ ਹੈ। ਉਹ ਸੁਣਿਆ ਹੋਇਆ, ਬਟ ਮੈਨੂੰ ਲੈਕਟਿਕ ਮੈਂ ਕਾਫੀ ਸੁਣਿਆ ਹੋਇਆ ਸੀਗਾ, ਪੜ੍ਹਿਆ ਹੋਇਆ ਸੀਗਾ, ਤਾਂ ਕਰਕੇ ਸਿਰਫ ਟਿਕ ਕੀਤਾ। 1 ਨੰਬਰ ਤੇ 1 ਮਿੰਟ ਦੇ ਵਿੱਚ, 1 ਮਿੰਟ ਤੋਂ ਵੀ ਪਹਿਲਾਂ ਮੇਰਾ ਇਹ ਕੁਐਸਚਨ ਸੋਲਵ ਹੋ ਗਿਆ ਸੀਗਾ, ਠੀਕ ਹੈ। ਤੇ ਫਿਰ ਉਹਦੇ ਬਾਅਦ ਵਿੱਚ ਜਿਹੜਾ ਇਹ ਵਾਲਾ ਕੁਐਸਚਨ ਆ 49, ਇਹ ਕੁਐਸਚਨ ਹੈਗਾ ਸਾਡਾ ਪੋਲੀਮਰਸ ਦੇ ਵਿੱਚੋਂ, ਠੀਕ ਹੈ। ਇਹ ਵੀ ਜੇ ਤੁਸੀਂ ਪੜ੍ਹਿਆ ਹੋਊਗਾ ਫਿਰ ਤੁਹਾਨੂੰ ਪਤਾ ਲੱਗਣਾ।
ਕਹਿੰਦਾ ਬੈਕੇਲਾਈਟ ਇਜ਼ obtained from phenol by reacting with a ਕਲੋਰਲ ਜਾਂ ਫਾਰਮੈਲਡੀਹਾਈਡ। ਠੀਕ ਹੈ, ਜਿਹੜਾ ਬੈਕੇਲਾਈਟ ਬਣਦਾ ਆ ਇਹ ਫਾਰਮੈਲਡੀਹਾਈਡ ਦੇ ਨਾਲ ਬਣਦਾ ਹੈ। ਠੀਕ ਹੈ, ਮੈਂ ਬੁੱਕ ਹੁਣ ਰਿਐਕਸ਼ਨ ਲਿਖਣੀ ਤਾਂ ਨਹੀਂ, ਮੈਂ ਤੁਹਾਨੂੰ ਬੁੱਕ ਦੇ ਵਿੱਚੋਂ ਹੁਣੇ ਚੈੱਕ ਕਰਵਾ ਦਿੰਦਾ ਆ। ਹੁਣ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਫਿਨੋਲ ਫਾਰਮੈਲਡੀਹਾਈਡ ਰੈਜ਼ਿਨ ਔਰ ਪੋਲੀਮਰ। ਹੁਣ ਬੈਕੇਲਾਈਟ ਜਿਹੜਾ ਬਣਿਆ ਹੋਇਆ ਨਾ, ਬੈਕੇਲਾਈਟ ਇਹ ਲਾਸਟ ਦੇ ਵਿੱਚ ਬਣਿਆ ਹੋਇਆ। ਠੀਕ ਹੈ, ਨਜ਼ਰ ਆਇਆ ਕਿ ਨਹੀਂ, ਆ ਲਾਸਟ ਦੇ ਵਿੱਚ ਬੈਕੇਲਾਈਟ ਬਣਿਆ ਹੋਇਆ। ਠੀਕ ਹੈ, ਦੇਖੋ ਬੈਕੇਲਾਈਟ ਲਿਖਿਆ ਹੋਇਆ ਹੈ। ਠੀਕ ਹੈ, ਤੇ ਬੈਕੇਲਾਈਟ ਬਣਿਆ ਕਿੱਦਾਂ? ਠੀਕ ਹੈ, ਬੈਕੇਲਾਈਟ ਜਿਹੜਾ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਕੀ ਸੀਗਾ, ਫਿਨੋਲ ਐਂਡ ਫਾਰਮੈਲਡੀਹਾਈਡ। ਫਿਨੋਲ ਤੇ ਫਾਰਮੈਲਡੀਹਾਈਡ ਨੂੰ ਆਪਾਂ ਰਿਐਕਸ਼ਨ ਕਰਵਾਈ, ਉਹਨਾਂ ਦੀ ਆਪਸ ਦੇ ਵਿੱਚ ਰਿਐਕਟ ਕਰਵਾਇਆ। ਕੰਡੈਂਸੇਸ਼ਨ ਦੇ ਬਾਅਦ ਵਿੱਚ ਕੀ ਬਣ ਗਿਆ, ਆਰਥੋਹਾਈਡਰੋਕਸੀ ਮਿਥਾਈਲ ਫਿਨੋਲ ਬਣਿਆ, ਇੱਕ ਪੈਰਾਹਾਈਡਰੋਕਸੀ। ਠੀਕ ਨੇ, ਦੋ ਚੀਜ਼ਾਂ ਬਣ ਗਈਆਂ। ਹੁਣ ਤੁਸੀਂ ਯਾਦ ਰੱਖਣਾ ਹੈ, ਅਗਰ ਆਪਾਂ ਦੋਨੋਂ ਔਰਥੋ ਵਾਲੇ ਲੈ ਕੇ ਬਣਾਉਣੇ ਪਏ। ਠੀਕ ਹੈ, ਜਿੱਦਾਂ ਲਿਖਿਆ ਦ ਮੋਲੀਕਿਊਲਸ ਆਫ ਆਰਥੋਹਾਈਡਰੋਕਸੀ ਫਿਨੋਲ ਕੰਡੈਂਸ ਅੰਡਰ ਸਿਮਿਲਰ ਕੰਡੀਸ਼ਨਸ ਟੂ ਗਿਵ ਫਾਰਮ ਲੀਨੀਅਰ ਪੋਲੀਮਰ। ਉਹ ਲੀਨੀਅਰ ਪੋਲੀਮਰ ਬਣਦਾ ਜਿਹਦਾ ਨਾਮ ਕਿਆ ਬਣਦਾ, ਨੋਬੋਲੈਕ। ਇਹ ਅਗਲੀ ਵਾਰੀ ਆ ਸਕਦਾ ਕੁਐਸਚਨ। ਠੀਕ ਹੈ, ਇਸ ਵਾਰ ਤਾਂ ਇਹਨਾਂ ਨੇ ਬੈਕੇਲਾਈਟ ਪੁੱਛ ਲਿਆ। ਅਗਰ ਤੁਹਾਨੂੰ ਕੋਈ ਪੁੱਛੇ ਨੋਬੋਲੈਕ ਕਿਸ ਤਰ੍ਹਾਂ ਬਣਦਾ, ਉਹਦੇ ਵਿੱਚ ਕਿਆ ਹੁੰਦਾ ਆ, ਜਿਹੜਾ ਆਰਥੋਹਾਈਡਰੋਕਸੀ ਦੀ ਲੀਨੀਅਰ ਕੰਡੈਂਸੇਸ਼ਨ ਹੁੰਦੀ ਹੈ, ਜਿੱਦਾਂ ਇਹ ਆਪਸ ਦੇ ਵਿੱਚ ਜੁੜ ਕੇ ਬਣਾ ਰਿਹਾ ਆ। ਓਕੇ, ਠੀਕ ਹੈ, ਇਹ ਤਾਂ ਹੋ ਗਿਆ ਨੋਬੋਲੈਕ ਵਾਲਾ। ਉਹਦੇ ਬਾਅਦ ਵਿੱਚ ਬਣ ਜਾਂਦਾ ਆ ਕਿ ਬੈਕੇਲਾਈਟ ਦੇ ਵਿੱਚ ਜਿਹੜਾ ਉੱਪਰ ਆਰਥੋ ਤੇ ਪੈਰਾ ਬਣਿਆ, ਆਰਥੋ ਤੇ ਪੈਰਾ ਇਹ ਦੋਨੋਂ ਜੁੜ ਕੇ ਕੀ ਬਣਾਉਂਦੇ ਆ, ਬੈਕੇਲਾਈਟ ਬਣਾਉਂਦੇ ਆ। ਇਹ ਵਾਲਾ ਕੰਪਾਊਂਡ ਹੁੰਦਾ ਬੈਕੇਲਾਈਟ ਪੋਲੀਮਰ ਆ। ਓਕੇ, ਜੇ ਆਪਾਂ ਇਹ ਚੀਜ਼ ਨੂੰ ਪੜ੍ਹਿਆ ਹੋਊਗਾ ਚੰਗੀ ਤਰ੍ਹਾਂ ਤਾਂ ਹੀ ਆਪਾਂ ਇਹ ਕੁਐਸਚਨ ਕਰ ਸਕਦੇ ਹਾਂ। ਓਕੇ, ਅਦਰਵਾਈਜ਼ ਤੁੱਕਾ ਲਗਾਉਣਾ ਹੋਵੇ ਤਾਂ ਫਿਰ ਤਾਂ ਕੋਈ ਵੀ ਲਗਾ ਸਕਦਾ ਹੈ। ਠੀਕ ਹੈ, ਠੀਕ ਹੈ, ਤੇ ਉਹਦੇ ਬਾਅਦ ਵਿੱਚ ਸਾਡਾ ਨੈਕਸਟ ਕੁਐਸਚਨ ਹੈ ਇਨ ਦੀ ਪ੍ਰੈਜ਼ੈਂਸ। ਇਹ ਮਤਲਬ ਕਿ ਕੁਐਸਚਨ ਇਹ ਵੀ ਵਧੀਆ ਸੀਗਾ। ਇਨ ਦੀ ਪ੍ਰੈਜ਼ੈਂਸ ਆਫ ਸਮਾਲ ਅਮਾਊਂਟ ਆਫ ਫਾਸਫੋਰਸ aliphatic carboxylic acid react with chlorine to yield a compound in which alpha hydrogen replaced by chlorine. The reaction is known as। ਠੀਕ ਹੈ, ਇਹ ਜਿਹੜੀ ਰਿਐਕਸ਼ਨ ਸੀਗੀ ਇਹ ਮੈਂ ਪੜ੍ਹੀ ਹੋਈ ਸੀਗੀ ਤਾਂ ਕਰਕੇ ਮੈਨੂੰ ਡਾਇਰੈਕਟ ਹੀ ਪਤਾ ਲੱਗ ਗਿਆ। ਇਹਦਾ ਨਾਮ ਕਿਆ ਸੀਗਾ, ਹੈਲਵੁਲ-ਹਾਰਟਜ਼ ਜੇਲਿੰਸਕੀ ਰਿਐਕਸ਼ਨ। ਠੀਕ ਹੈ, ਜਿਹੜੀ ਵੁਲਫ-ਕਿਸ਼ਨਰ ਰਿਐਕਸ਼ਨ ਹੁੰਦੀ ਆ, ਵੁਲਫ-ਕਿਸ਼ਨਰ ਰਿਐਕਸ਼ਨ ਦੇ ਵਿੱਚ ਹਾਈਡਰਾਜ਼ੀਨ ਤੇ ਪੋਟਾਸ਼ੀਅਮ ਹਾਈਡਰੋਕਸਾਈਡ ਪੈਂਦਾ ਹੈ। ਠੀਕ ਹੈ, ਤੇ ਜਿਹੜੀ ਰੋਜ਼ਨਮੰਡ ਆ ਇਹਦੇ ਵਿੱਚ ਵੀ ਉਹ ਹੁੰਦੀ ਹੈ, ਰਿਡਕਸ਼ਨ ਹੁੰਦੀ ਹੈ। ਠੀਕ ਹੈ, ਇਟਾਰਡ ਰਿਐਕਸ਼ਨ ਵੀ ਬੈਂਜ਼ੀਨ ਦੀ ਸੀਗੀ, ਬਟ ਮੈਨੂੰ ਪਤਾ ਸੀਗਾ ਐਲਫਾ ਹਾਈਡਰੋਜਨ ਦੇ ਵਿੱਚ HVZ ਰਿਐਕਸ਼ਨ ਆ। ਠੀਕ ਹੈ, ਇਹ ਤੁਹਾਨੂੰ ਮੈਂ ਹੁਣੇ ਸ਼ੋਅ ਕਰ ਦਿੰਦਾ ਬੁੱਕ ਦੇ ਉੱਤੇ। ਹੁਣ ਦੇਖੋ ਬੇਟਾ, ਇਹ ਵਾਲੀ ਰਿਐਕਸ਼ਨ ਸੀਗੀ ਸਾਡੇ ਕੋਲ ਹੈਲਵੁਲ-ਹਾਰਟ ਜੇਲਿੰਸਕੀ ਰਿਐਕਸ਼ਨ। ਉਹਨੇ ਕੁਐਸਚਨ ਇਹ ਪਾਇਆ ਸੀਗਾ ਕਿ ਤੁਹਾਡੇ ਕੋਲ ਕੋਈ ਐਲੀਫੈਟਿਕ ਐਸਿਡ ਆ। ਠੀਕ ਹੈ, ਐਲੀਫੈਟਿਕ ਐਸਿਡ ਦੇ ਵਿੱਚ ਤੁਸੀਂ ਕਲੋਰੀਨ ਪਾਈ, ਜਿਹੜੀ ਐਲਫਾ ਹਾਈਡਰੋਜਨ ਸੀਗੀ ਉਹ ਰਿਪਲੇਸ ਹੋ ਗਈ ਕਲੋਰੀਨ ਦੇ ਨਾਲ। ਜੇ ਆਹ ਵਾਲਾ ਕਾਰਬੋਕਸਿਲਿਕ ਐਸਿਡ ਆ, ਇਹਦੇ ਨਾਲ ਜਿਹੜੀ ਫਸਟ ਕਾਰਬਨ ਲੱਗੀ ਹੋਈ ਹੁੰਦੀ ਆ ਉਹਨੂੰ ਆਪਾਂ ਕਿਆ ਬੋਲਦੇ ਆ, ਐਲਫਾ ਕਾਰਬਨ। ਠੀਕ ਹੈ, ਉਹਦੇ ਤੇ ਜਿਹੜੀ ਹਾਈਡਰੋਜਨ ਲੱਗੀ ਹੋਈ ਆ ਉਹ ਹੁੰਦੀ ਹੈ ਐਲਫਾ ਹਾਈਡਰੋਜਨ। ਠੀਕ ਹੈ, ਜਦੋਂ ਕਲੋਰੀਨ ਪਾਣੇ ਆ, ਠੀਕ ਹੈ, Cl2, ਇਹ ਇੱਥੋਂ H ਕੱਢ ਕੇ ਉਹਦੀ ਜਗ੍ਹਾ ਆਪ ਜੁੜ ਜਾਂਦੀ ਹੈ, ਐਲਫਾ ਕਲੋਰੋਐਸੀਟਿਕ ਐਸਿਡ ਬਣ ਜਾਂਦਾ। ਠੀਕ ਹੈ, ਜੇ ਤੁਸੀਂ ਇੱਕ ਵਾਰੀ ਵੀ ਇਹ ਰਿਐਕਸ਼ਨਸ ਦੇਖੀ ਹੋਈ ਸੀ, ਇੱਕ ਜਾਂ ਦੋ ਵਾਰੀ, ਤੇ ਤੁਸੀਂ ਪੇਪਰ ਦੇ ਵਿੱਚ ਇਹਨੂੰ ਟਿਕ ਕਰ ਸਕਦੇ ਆ ਕਿਹੜੀ ਰਿਐਕਸ਼ਨ ਹੈ, ਹੈਲਵੁਲ-ਹਾਰਟ ਜੇਲਿੰਸਕੀ ਰਿਐਕਸ਼ਨ। ਇੱਕ ਵਾਰੀ ਕੁਐਸਚਨ ਤੁਹਾਨੂੰ ਫਿਰ ਚੈੱਕ ਕਰਵਾ ਦਿੰਦਾ ਮੈਂ। ਠੀਕ ਹੈ, ਦੇਖੋ ਉਹੀ ਆ ਕਿ ਐਲੀਫੈਟਿਕ ਕਾਰਬੋਕਸਿਲਿਕ ਐਸਿਡ ਆ, ਉਹਨੂੰ ਰਿਐਕਟ ਕਿਹਦੇ ਨਾਲ ਕਰਵਾਇਆ, ਕਲੋਰੀਨ ਦੇ ਨਾਲ। ਬਣਿਆ ਕਿ ਐਲਫਾ ਹਾਈਡਰੋਜਨ ਜਿਹੜਾ ਰਿਪਲੇਸ ਹੋ ਗਿਆ ਕਲੋਰੀਨ ਦੇ ਨਾਲ। ਰਿਐਕਸ਼ਨ ਦਾ ਨਾਮ ਕੀ ਸੀਗਾ, ਹੈਲਵੁਲ-ਹਾਰਟ ਜੇਲਿੰਸਕੀ ਰਿਐਕਸ਼ਨ। ਅਗਰ ਤੁਸੀਂ ਪੜ੍ਹੀ ਹੋਈ ਹੋਵੇ ਤਾਂ ਬਹੁਤ ਜਲਦੀ ਆਪਾਂ ਇਹਨੂੰ ਟਿਕ ਕਰਕੇ 1 ਨੰਬਰ ਲੈ ਸਕਦੇ ਹਾਂ। ਓਕੇ ਬੱਚੇ, ਠੀਕ ਹੈ। ਜੇ ਤੁਹਾਨੂੰ ਇੱਦਾਂ ਲੱਗਦਾ ਪਿਆ ਕਿ ਬੰਦਾ ਜਿਹੜਾ ਕਰਵਾ ਰਿਹਾ ਇਹ ਕਦੀ ਕੋਈ ਕੁਐਸਚਨ ਕਰਵਾ ਰਿਹਾ, ਕਦੀ ਕੋਈ ਕੁਐਸਚਨ ਕਰਵਾ ਰਿਹਾ, ਠੀਕ ਹੈ, ਉਹ ਜਿਹੜੇ ਮੈਨੂੰ ਆਉਂਦੇ ਆ ਮੈਂ ਉਹੀ ਕਰਵਾ ਰਿਹਾ। ਠੀਕ ਹੈ, ਉਹ ਤਾਂ ਸਾਰੇ ਕਰਵਾਊਂਗਾ। ਠੀਕ ਹੈ, ਥੋੜ੍ਹੇ ਲੱਭਣੇ ਪੈਂਦੇ ਆ ਕਿਉਂਕਿ ਸਾਡੇ ਵੀ ਤੁੱਕੇ ਲੱਗਦੇ ਆ ਪੇਪਰ ਦੇ ਵਿੱਚ, ਇਹਦੇ ਵਿੱਚ ਝੂਠ ਕੁਛ ਨਹੀਂ ਹੁੰਦਾ। ਓਕੇ, ਤੇ ਸਾਡੇ ਕੋਲ ਅੱਗੇ ਕੁਐਸਚਨ ਹੈਗਾ ਆ
द मोस्ट suitable reagent for conversion of alcohol to aldehyde। ठीक है, ਇਹ ਸਾਡੇ ਕੋਲ ਪ੍ਰਾਇਮਰੀ ਅਲਕੋਹਲ ਆ, ਪ੍ਰਾਇਮਰੀ ਅਲਕੋਹਲ ਤੋਂ ਐਲਡੀਹਾਈਡ ਬਣਾਉਣਾ ਹੈ। ਠੀਕ ਹੈ, ਜੇ ਆਪਾਂ KMNO4 ਜਾਂ ਇਹ ਵਾਲੇ ਯੂਜ਼ ਕਰਦੇ ਪਏ ਆ, ਇਹ ਸਟਰੋਂਗ ਰਿਡਿਊਸਿੰਗ ਆਕਸੀਡਾਈਜ਼ਿੰਗ ਏਜੰਟ ਹੁੰਦੇ ਆ। ਇਹਨਾਂ ਨੇ ਐਲਕੋਹਲ ਨੂੰ ਪਹਿਲਾਂ ਐਲਡੀਹਾਈਡ ਬਣਾਉਣਾ, ਐਲਡੀਹਾਈਡ ਤੋਂ ਡਾਇਰੈਕਟ ਐਸਿਡ ਬਣਾ ਦੇਣਾ ਹੈ। ਠੀਕ ਹੈ, ਇਹਨਾਂ ਨੇ ਰੁਕਣਾ ਨਹੀਂਗਾ। ਬਟ ਇਹਦੇ ਵਿੱਚ ਜਿਹੜਾ ਬੈਸਟ ਰੀਏਜੈਂਟ ਹੁੰਦਾ ਹੈ ਇਹਦੇ ਲਈ ਉਹ ਹੁੰਦਾ ਪਿਰੀਡੀਨੀਅਮ ਕਲੋਰੋਕਰੋਮੇਟ। ਠੀਕ ਹੈ, ਤੇ ਇਹ ਮੈਂ ਵੀਡੀਓ ਪਾਈ ਹੋਈ ਹੈ, ਤੁਸੀਂ ਵੀਡੀਓ ਦੇਖ ਸਕਦੇ ਆ। ਪ੍ਰੈਪਰੇਸ਼ਨ ਆਫ ਜਿੱਦਾਂ ਇਹ ਰੀਏਜੈਂਟ ਆ ਨਾ, ਐਲਡੀਹਾਈਡ ਦੇ ਰੀਏਜੈਂਟਸ ਦਿੱਤੇ ਹੋਏ ਆ। ਜੇ ਤੁਸੀਂ ਇਹ ਰੀਏਜੈਂਟਸ ਪੜ੍ਹੇ ਹੋਏ ਹੋਣਗੇ ਚੰਗੀ ਤਰ੍ਹਾਂ, ਦੇਖੋ ਜਿੱਦਾਂ ਲਿਖਿਆ ਹੋਇਆ ਆ ਕਿ ਆ ਦੇਖੋ, oxidation of primary alcohols to aldehydic stage only। ਇਹ ਕਹਿੰਦਾ ਨੰਬਰ ਆਫ ਰੀਏਜੈਂਟਸ ਆਰ ਅਵੇਲੇਬਲ। ਇਹ ਕਿੰਨੇ ਸਾਰੇ ਰੀਏਜੈਂਟਸ ਦਿੱਤੇ ਹੋਏ ਆ ਜਿਹੜੇ ਕੀ ਕਰਦੇ ਪਏ ਆ, ਕੈਰੀ ਆਕਸੀਡੇਸ਼ਨ ਆਫ ਪ੍ਰਾਇਮਰੀ ਅਲਕੋਹਲਸ ਟੂ ਐਲਡੀਹਾਈਡਿਕ ਸਟੇਜ ਓਨਲੀ। ਮੈਂ ਇਹ ਚੀਜ਼ ਪੜ੍ਹੀ ਹੋਈ ਸੀ, ਮੈਨੂੰ ਪਤਾ ਸੀ। ਇੱਕ ਸੈਰਿਟ ਰੀਏਜੈਂਟ ਆ, ਕੋਲਿਨ ਰੀਏਜੈਂਟ ਆ, ਠੀਕ ਆ, PCC ਆ, ਪਿਰੀਡੀਨੀਅਮ ਕਲੋਰੋਕਰੋਮੇਟ ਆ, ਠੀਕ ਹੈ, ਫਿਰ PDC ਆ, ਪਿਰੀਡੀਨੀਅਮ ਡਾਈਕਰੋਮੇਟ ਆ, ਫਿਰ ਉਹਦੇ ਬਾਅਦ 'ਚ ਜੌਨਸ ਰੀਏਜੈਂਟ ਆ। ਠੀਕ ਹੈ, ਇਹਨਾਂ ਦੇ ਵਿੱਚੋਂ ਜੇ ਆਪਸ਼ਨ ਦੇ ਵਿੱਚ ਜਿਹੜਾ ਮੈਨੂੰ ਮਿਲਿਆ, ਹੁਣ ਆਪਸ਼ਨ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਸੀਗਾ, ਸਿਰਫ ਇਹ ਹੀ ਸੀਗਾ, ਮੈਂ ਇਹਨੂੰ ਟਿਕ ਕਰ ਦਿੱਤਾ, 1 ਨੰਬਰ ਮੇਰਾ ਪੱਕਾ। ਤੇ ਉਹਦੇ ਬਾਅਦ ਵਿੱਚ ਸਾਡਾ ਨੈਕਸਟ ਕੁਐਸਚਨ ਸੀਗਾ, ਦ ਕੰਪਾਊਂਡ ਫਾਰਮਡ ਔਨ ਹੀਟਿੰਗ ਕਲੋਰੋਬੈਂਜ਼ੀਨ। ਇੱਕ ਕਲੋਰੋਬੈਂਜ਼ੀਨ ਨੂੰ ਹੀਟ ਕੀਤਾ ਵਿਦ ਕਲੋਰਲ ਪਾਇਆ ਉਹਦੇ ਵਿੱਚ। ਠੀਕ ਹੈ, ਇਨ ਦੀ ਪ੍ਰੈਜ਼ੈਂਸ ਆਫ ਕੰਸਨਟ੍ਰੇਟਡ ਸਲਫਿਊਰਿਕ ਐਸਿਡ। ਠੀਕ ਹੈ, ਇਹ ਵੀ ਡਾਇਰੈਕਟ ਰਿਐਕਸ਼ਨ ਆ। ਠੀਕ ਹੈ, ਇਹਦੇ ਵਿੱਚ DDT ਦੀ ਫਾਰਮੇਸ਼ਨ ਹੁੰਦੀ ਆ। ਓਕੇ, ਹੁਣ ਦੇਖੋ ਜਿਹੜੀ ਰਿਐਕਸ਼ਨ ਆ ਕਿ ਜੇ ਮੈਂ ਪੜ੍ਹਿਆ ਹੋਇਆ ਸੀਗਾ ਪਹਿਲਾਂ, ਠੀਕ ਹੈ, ਇਹ ਤਾਂ ਹੀ ਆ, ਰੈੱਡ ਪੈਨ ਤਾਂ ਹੀ ਲੱਗੇ ਹੋਏ ਆ। ਠੀਕ ਹੈ, ਤੇ ਠੀਕ ਹੈ, ਮੈਂ ਪਹਿਲਾਂ ਕੀਤਾ ਹੋਇਆ ਸੀਗਾ। ਜਿੱਦਾਂ ਸਾਡੇ ਕੋਲ ਕੀ ਕਿਹਾ ਉਹਨੇ, ਕਲੋਰੋਬੈਂਜ਼ੀਨ ਆ, ਕਲੋਰੋਬੈਂਜ਼ੀਨ ਦੇ ਵਿੱਚ ਕਲੋਰਲ ਪਾਇਆ। ਹੁਣ ਇਹਨੂੰ ਜ਼ਿਆਦਾ ਯਾਦ ਕਰਨ ਦੀ ਇੱਕ ਵਾਰੀ ਦੇਖ ਲੈਣਾ, ਕਲੋਰੋਬੈਂਜ਼ੀਨ ਦੇ ਵਿੱਚ ਕਲੋਰਲ ਪਾਇਆ, ਉਹਦੇ ਤੋਂ DDT ਬਣੀ ਆ। ਠੀਕ ਹੈ, ਇਹ ਮੈਂ ਰਿਐਕਸ਼ਨ 2-3 ਵਾਰੀ ਦੇਖੀ ਹੋਈ ਸੀ। ਜਿਹੜਾ ਮੈਂ ਪੇਪਰ ਦੇਖਿਆ ਮੈਨੂੰ ਪਤਾ ਲੱਗ ਗਿਆ ਕਲੋਰਲ ਹੁਣ ਕੀ ਹੁੰਦਾ, ਇਸ ਤਰ੍ਹਾਂ ਦਾ ਕੰਪਾਊਂਡ ਦਾ C ਡਬਲ ਬੌਂਡ OH, ਇੱਧਰ ਕੀ ਹੁੰਦਾ CCl3। ਠੀਕ ਹੈ, ਇਹਦੇ ਵਿੱਚ ਪਾਇਆ ਕੰਸਨਟ੍ਰੇਟਡ ਸਲਫਿਊਰਿਕ ਐਸਿਡ ਨਾਲ, ਉਹ ਤੋਂ ਕੀ ਬਣ ਗਈ DDT। ਠੀਕ ਹੈ, ਤੁਹਾਨੂੰ ਹੁਣ ਅਗਲੀ ਵਾਰੀ DDT ਦੀ ਫੁੱਲ ਫਾਰਮ ਆ ਸਕਦੀ ਹੈ ਜਾਂ ਕਲੋਰਲ ਬੈਂਜ਼ੀਨ ਪੁੱਛ ਸਕਦੀ ਹੈ। ਹੁਣ ਇਹ DDT ਦੀ ਫੁੱਲ ਫਾਰਮ ਕਿਆ ਹੈ ਦੇਖ ਲਓ, ਇੱਥੇ ਕਿਤੇ ਲਿਖਿਆ ਹੋਣਾ 2,2-bis-4 ਕਲੋਰੋਫਿਨਾਈਲ ਆ ਲਿਖਿਆ ਹੋਣਾ, ਪੈਰਾ ਡਾਈਕਲੋਰੋ ਡਾਈਫਿਨਾਈਲ ਟਰਾਈਕਲੋਰੋਈਥੇਨ। ਇਹਦਾ ਮੈਂ ਨੇਮ ਬਣਾ ਦਿੰਦਾ, ਦੇਖੋ ਕਿਸ ਤਰ੍ਹਾਂ ਦਾ ਹੈ। ਆਹ ਕੰਪਾਊਂਡ ਤੇ ਪੈਰਾ ਤੇ ਕੀ ਲੱਗਾ ਹੋਇਆ, ਕਲੋਰੋ, ਤਾਂ ਕਰਕੇ ਕਿਆ ਬੋਲ ਦਿੰਦੇ ਆ, ਪੈਰਾ ਡਾਈਕਲੋਰੋ ਡਾਈਫਿਨਾਈਲ, ਮਤਲਬ 2 ਆ ਰਿੰਗਾ, ਡਾਈਫਿਨਾਈਲ, ਕਾਰਬਨ ਆ 2 ਆ। ਠੀਕ ਹੈ, ਇੱਥੇ ਕੀ ਲੱਗਾ, ਟਰਾਈਫਿਨਾਈਲ ਨਹੀਂ, ਟਰਾਈਕਲੋਰੋਈਥੇਨ। ਪਤਾ ਲੱਗਾ ਕਿ ਉੱਪਰੋਂ ਗਈ ਗੱਲ। ਇਹ ਵਾਲੀਆਂ ਜਿਹੜੀਆਂ 2 ਕਾਰਬਨਸ ਆ, ਇੱਕ ਆਹ ਵਾਲੀ ਕਾਰਬਨ ਆ, ਇੱਕ ਇਹ ਵਾਲੀ ਕਾਰਬਨ ਆ। ਠੀਕ ਹੈ, ਪੈਰਾ ਡਾਈਕਲੋਰੋ ਡਾਈਫਿਨਾਈਲ ਟਰਾਈਕਲੋਰੋਈਥੇਨ। ਠੀਕ ਹੈ, ਇਸ ਤਰ੍ਹਾਂ ਇਹਦਾ ਨਾਮ ਬਣਦਾ ਪਿਆ ਆ। ਓਕੇ, ਤੇ ਜੇ ਤੁਸੀਂ ਪੜ੍ਹਿਆ ਹੋਊਗਾ ਫਿਰ ਹੀ ਹੈ। ਇਹ ਸਾਰਾ ਕੁਝ ਮੈਂ ਕਰਵਾ ਰਿਹਾ ਆ, ਵੀਡੀਓਜ਼ ਬਣਾ ਰਿਹਾ ਆ, ਥੋੜ੍ਹੀਆਂ ਬਣ ਚੁੱਕੀਆਂ, ਥੋੜ੍ਹੀਆਂ ਮੈਂ ਅਪਲੋਡ ਕਰ ਰਿਹਾ ਆ। ਅਗਰ ਤੁਸੀਂ ਕਰਨਾ ਚਾਹੁੰਦੇ ਆ ਤੇ ਬੜੀ ਖੁਸ਼ੀ ਨਾਲ ਕਰ ਸਕਦੇ ਆ। ਓਕੇ, ਤੇ ਅੱਗੇ ਆਪਾਂ ਇੱਕ ਕੁਐਸਚਨ ਹੋਰ ਕਰ ਲੈਂਦੇ ਅੱਜ ਦੀ ਵੀਡੀਓ 'ਚ। ਠੀਕ ਹੈ, ਤੇ ਉਹਦੇ ਬਾਅਦ ਵਿੱਚ 41 ਹੋ ਗਿਆ ਸਾਡਾ। 40th ਕੁਐਸਚਨ ਕਰ ਲੈਂਦੇ ਆ। ਤਾਂ ਵਿਚ ਆਫ ਦੀ ਫੋਲੋਇੰਗ ਪੇਅਰ ਆਫ ਅਲਕੋਹਲ ਕੈਨ ਬੀ ਡਿਸਟਿੰਗੁਇਸ਼ਡ ਬਾਈ ਵਿਕਟਰ ਮੇਅਰ ਟੈਸਟ। ਕਿ ਕਿਹੜੇ ਪੇਅਰ ਨੂੰ ਆਪਾਂ ਵਿਕਟਰ ਮੇਅਰ ਟੈਸਟ ਦੇ ਨਾਲ ਡਿਫਰੈਂਸ਼ੀਏਟ ਕਰ ਸਕਦੇ ਹਾਂ। ਠੀਕ ਹੈ, ਪਹਿਲਾਂ ਤਾਂ ਇਹਨਾਂ ਨੂੰ ਬਣਾ ਕੇ ਦੇਖੋ ਤੁਸੀਂ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਬਣਾਉਣਾ ਨਾ, ਇਹਦੇ ਵਿੱਚ ਇੱਕ ਚੀਜ਼ ਤੁਸੀਂ ਫਾਈਂਡ ਆਊਟ ਕਰੋ, ਇਹ ਵੀ ਪ੍ਰਾਇਮਰੀ ਅਲਕੋਹਲ ਆ, ਇਹ ਵੀ ਪ੍ਰਾਇਮਰੀ ਅਲਕੋਹਲ ਆ। ਠੀਕ ਹੈ, ਇਹਨੂੰ ਬਣਾ ਕੇ ਦੇਖ ਲੈਣਾ, ਤੁਸੀਂ ਬਿਹਤਰ ਜਾਣਦੇ ਆ।
अगर ना पता लगे तो कमेंट दे विच पुछ लेना। ये भी प्राइमरी अल्कोहल है, ये भी प्राइमरी अल्कोहल है, ये भी प्राइमरी अल्कोहल है, ये भी प्राइमरी अल्कोहल है। पेंटेन टू ओल ये थोड़ी नहीं, ये भी प्राइमरी अल्कोहल, ये भी सच सैकेंडरी अल्कोहल है, ये भी सैकेंडरी अल्कोहल है। इनू बना ही लैने एक बारी, ठीक है। जिसला मैं ना सारिਆਂ ਨੂੰ ड्रॉ किया ए बी सी, वो भी तुसी ड्रॉ कर लेने हैं। ए वाला भी सैकेंडरी है, ए भी सैकेंडरी है, ठीक है। तो जो मैं आ वाला ड्रॉ किया 1 प्रोपेनोल 2 प्रोपेनोल, ये वाला की बनया, ये प्राइमरी बनया, ये सैकेंडरी बनया, ठीक है। तो जोड़ा विक्टरमेयर टेस्ट आ, ये हर बार मतलब कि ये देख लो एक बार वीडियो पॉज करके इनू तुसी बना के देख सकते हैं। बट ये काफ़ी सौखा जिहा काम आ, मेरे अकॉर्डिंग तुसी कर सकते हैं, ठीक है। अगर नहीं होंदा फिर भी मैनू दस देना है। हुण आ देखो, ये जोड़ा सीगा मतलब कि आ भी सेम सेम आ, ये भी सेम सेम आ, ये भी सेम सेम आ। ये प्राइमरी है, ये सैकेंडरी है। विक्टरमेयर ਜਿਹੜਾ ਟੈਸਟ ਯੂਜ਼ ਕਰਦੇ ਆ ਪ੍ਰਾਇਮਰੀ ਸੈਕੰਡਰੀ ਤੇ ਟਰਸ਼ਰੀ ਅਲਕੋਹਲ ਨੂੰ ਡਿਫਰੈਂਸ਼ੀਏਟ ਕਰਨ ਲਈ। ਸੋ ਜਿਹੜੀ ਇਹਦੀ ਆਪਸ਼ਨ ਆਣੀ ਸੀ ਉਹ ਕਿਹੜੀ ਆਪਸ਼ਨ ਆਣੀ ਸੀ? ਡੀ ਆਪਸ਼ਨ ਆਣੀ ਸੀਗੀ, ਠੀਕ ਹੈ। ਇੱਕ ਚੀਜ਼ ਯਾਦ ਰੱਖੋ, ਅਗਰ ਤੁਸੀਂ ਪੜ੍ਹਨਾ ਹੀ ਆ +1 +2 ਪਹਿਲਾਂ ਬੇਸਿਕ ਚੰਗੀ ਤਰ੍ਹਾਂ ਕਰ ਲਵੋ, ਠੀਕ ਹੈ। ਮੈਂ ਕਰਵਾ ਰਿਹਾ ਆ, ਜੇ ਤੁਸੀਂ ਕਿਸੇ ਹੋਰ ਪਾਸਿਓਂ ਕਰਨਾ ਚਾਹੁੰਦੇ ਆ ਤੁਹਾਡੀ ਖੁਸ਼ੀ ਆ, ਬਟ ਬੇਸਿਕ ਚੰਗੀ ਤਰ੍ਹਾਂ ਕਰ ਲਵੋ, ਠੀਕ ਹੈ, ਕਿ ਤੁਹਾਡੇ ਇੱਦਾਂ ਦੇ ਕੁਐਸਚਨ ਖਰਾਬ ਨਾ ਜਾਣ। ਥੋੜੇ ਕੁਐਸਚਨਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਿਰਫ ਆਪਾਂ ਸੋਚ ਕੇ ਗੈਸ ਲਗਾ ਦਿੰਦੇ ਆ, ਜੇ ਆਪਾਂ ਪੜ੍ਹਿਆ ਹੋਵੇ ਸਾਡੇ ਉਹ ਕੁਐਸਚਨ ਵੀ ਸਹੀ ਨਿਕਲਦੇ ਆ, ਠੀਕ ਹੈ। ਐਦਾਂ ਹੁੰਦਾ। ਅੱਜ ਲਈ ਇੰਨੇ ਕੁਐਸਚਨਸ ਕਰਵਾਏ ਆ, ਅੱਗੇ ਵੀ ਵੀਡੀਓ ਪਾਉਂਗਾ ਨੈਕਸਟ ਪਾਰਟ। ਓਕੇ, ਥੈਂਕ ਯੂ।